नमस्कार, सत श्री अकाल जी आया नूं दर्शकों। मैं डॉक्टर पूजा कपूर तुहाडा सारिਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਡੀਡੀ ਜਲੰਧਰ ਦੇ ਹੈਲੋ ਡਾਕਟਰ ਦੀ ਅੱਜ ਦੀ ਲੜੀ ਵਿੱਚ। ਜਿੱਦਾਂ ਤੁਸੀਂ ਜਾਣਦੇ ਆ ਇੱਕ ਲੜੀਵਾਰ ਪ੍ਰੋਗਰਾਮ ਹੈ, ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ। ਸਾਡੇ ਨੰਬਰ ਤੁਹਾਨੂੰ ਜ਼ਬਾਨੀ ਯਾਦ ਨੇ, ਫਿਰ ਵੀ ਇੱਕ ਵਾਰੀ ਦੱਸਦਾ 0181 281 42 61 281 42 64। ਦਰਸ਼ਕੋ, ਹਰ ਹਫਤੇ ਮੈਂ ਆਉਂਦੀ ਹਾਂ ਤੁਹਾਡੇ ਰੂਬਰੂ ਲੈ ਕੇ ਵੱਖ-ਵੱਖ ਡਾਕਟਰਾਂ ਨੂੰ ਤੇ ਅਸੀਂ ਚਰਚਾ ਕਰਦੇ ਹਾਂ ਅਲੱਗ-ਅਲੱਗ ਬਿਮਾਰੀਆਂ ਬਾਰੇ। ਅੱਜ ਅਸੀਂ ਸਪੈਸ਼ਲੀ ਗੱਲ ਕਰਨੀ ਹੈ ਬਦਲਦੇ ਮੌਸਮ ਵਿੱਚ, ਸਪੈਸ਼ਲੀ ਗਰਮੀਆਂ ਦੇ ਮੌਸਮ ਵਿੱਚ ਹੋਣ ਵਾਲੀ ਚਮੜੀ ਦੀ ਤਕਲੀਫਾਂ, ਸਕਿਨ ਪ੍ਰੋਬਲਮਸ ਬਾਰੇ, ਜਿਹਦੇ ਲਈ ਅੱਜ ਸਪੈਸ਼ਲੀ ਅਸੀਂ ਆਪਣੇ ਸਟੂਡੀਓ ਵਿੱਚ ਲੁਧਿਆਣਾ ਦੇ ਡਰਮੈਟੋਲੋਜਿਸਟ ਡਾਕਟਰ ਬੁਲਾਏ ਨੇ, ਡਾਕਟਰ ਰੁਚੀ ਮੁਤਨੇਜਾ। ਡਾਕਟਰ ਰੁਚੀ, ਤੁਹਾਡਾ ਸਾਡੇ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੈਮ। ਦਰਸ਼ਕੋ, ਹਰ ਕਿਸੇ ਦੀ ਚਾਹ ਹੁੰਦੀ ਹੈ ਇੱਕ ਗਲੋਈ ਸਕਿਨ ਹੁੰਦੀ। ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਮੇਰੇ ਚਿਹਰੇ ਤੇ, ਬੋਡੀ ਤੇ ਕਿਤੇ ਵੀ ਕੋਈ ਸਪੌਟ ਨਾ ਹੋਏ, ਬਿਲਕੁਲ ਫਲॉलेस ਸਕਿਨ ਹੋਣੀ ਚਾਹੀਦੀ ਹੈ ਤੇ ਉਹਦੇ ਲਈ ਬਹੁਤ ਮਿਹਨਤ ਵੀ ਕਰਨੀ ਪੈਂਦੀ ਹੈ। ਜੀ ਹਾਂ, ਮੈਂ ਮੰਨਦੀ ਹਾਂ ਕਿ ਜੀਨਸ ਬਹੁਤ ਜ਼ਿਆਦਾ ਅਫੈਕਟ ਕਰਦੇ ਨੇ, ਕਿ ਤੁਹਾਡੇ ਜੀਨਸ ਤੋਂ ਪਤਾ ਚੱਲਦਾ ਹੈ ਕਿ ਤੁਹਾਡੇ ਸਕਿਨ ਕਿੱਦਾਂ ਦੀ ਹੋਏਗੀ, ਲੇਕਿਨ ਸਕਿਨ ਕੇਅਰ ਰੂਟੀਨ ਫੋਲੋ ਕਰਨਾ ਰੂਟੀਨ ਵਿੱਚ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੀ ਡਾਈਟ ਕਿੱਦਾਂ ਦੀ ਹੋਵੇ, ਸਾਡੇ ਪਾਣੀ ਦਾ ਇਨਟੇਕ ਕਿੱਦਾਂ ਦਾ ਹੋਵੇ, ਤਾਂ ਕਿ ਸਾਰੇ ਟੌਕਸਿਨਸ ਬੋਡੀ ਤੋਂ ਫਲਸ਼ ਆਊਟ ਹੋ ਜਾਣ ਔਰ ਸਾਡੀ ਸਕਿਨ ਤੇ, ਸਾਡੇ ਚਿਹਰੇ ਤੇ ਇੱਕ ਨੈਚੁਰਲ ਗਲੋ ਹੋਵੇ। ਹਰ ਕੋਈ ਇਹੀ ਚਾਹੁੰਦਾ ਹੈ ਨਾ। ਤੇ ਅੱਜ ਅਸੀਂ ਆਪਣੀ ਚਰਚਾ ਸ਼ੁਰੂ ਕਰਦੇ ਹਾਂ ਡਾਕਟਰ ਰੁਚੀ ਦੇ ਨਾਲ ਬਦਲਦੇ ਮੌਸਮ ਵਿੱਚ ਹੋਣ ਵਾਲੀ ਸਕਿਨ ਦੀ ਪ੍ਰੋਬਲਮਸ ਬਾਰੇ। ਡਾਕਟਰ ਰੁਚੀ, ਸਭ ਤੋਂ ਪਹਿਲੇ ਪੁੱਛਣਾ ਚਾਹਾਂਗੀ ਕਿ ਜਿੱਦਾਂ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ, ਪਸੀਨੇ ਕਾਫੀ ਜ਼ਿਆਦਾ ਹੋਣਾ ਹੈ, ਤੇ ਇਸ ਮੌਸਮ ਵਿੱਚ ਤੁਸੀਂ ਕਿਹੜੀ ਪ੍ਰੋਬਲਮਸ ਸਕਿਨ ਦੀਆਂ ਜ਼ਿਆਦਾ ਦੇਖਦੇ ਹੋ ਆਪਣੇ ਕਲੀਨਿਕ ਵਿੱਚ? ਦੇਖੋ, ਸਭ ਤੋਂ ਪਹਿਲਾਂ ਜੋ ਕਾਮਨਲੀ ਆਉਂਦੀ ਹੈ ਆਪਾਂ ਨੂੰ ਪ੍ਰੋਬਲਮ ਹੈ ਪ੍ਰਿਕਲੀ ਹਿੱਟ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨੇ ਪਿੱਤ ਹੋ ਗਈ। ਠੀਕ ਹੈ, ਬੇਸਿਕਲੀ ਹੁੰਦਾ ਕੀ ਹੈ ਕਿ ਜ਼ਿਆਦਾ ਸਵੈਟ ਹੋਣ ਦੀ ਵਜ੍ਹਾ ਨਾਲ ਸਵੈਟ ਜਿਹੜੀ ਡਕਟ ਹੈ ਉਹ ਬਲੌਕ ਹੋ ਜਾਂਦੀ, ਉਹਦੇ ਨਾਲ ਇਸ ਤਰ੍ਹਾਂ ਦੇ ਛੋਟੇ-ਛੋਟੇ ਦਾਣੇ ਆਉਣ ਲੱਗ ਜਾਂਦੇ ਆ, ਰੈਸ਼ਿਜ਼ ਆਉਣ ਲੱਗ ਜਾਂਦੇ ਆ, ਜਿਹੜੇ ਬੱਚਿਆਂ 'ਚ ਬਹੁਤ ਕਾਮਨ ਹੈ ਜੀ। ਇਹਦੇ ਇਲਾਵਾ ਸਨ ਬਰਨਸ ਹੋ ਜਾਂਦੇ, ਜ਼ਿਆਦਾ ਸੈਂਸਿਟਿਵ ਸਕਿਨ ਹੈ ਤਾਂ। ਐਂਡ ਅਗਰ ਆਪਾਂ ਬਹੁਤ ਦੇਰ ਲੌਂਗ ਟਰਮ ਸਨ ਦੇ ਐਕਸਪੋਜਰ ਵਿੱਚ ਰਹਿ ਰਹੇ ਹਾਂ, ਆਪਣਾ ਵਰਕ ਪ੍ਰੋਫਾਈਲ ਇਸ ਤਰ੍ਹਾਂ ਦਾ ਕਿ ਆਪਾਂ ਸਨ ਐਕਸਪੋਜਰ ਵਿੱਚ ਕਰਨਾ ਹੈ, ਫੀਲਡ ਵਰਕ ਜ਼ਿਆਦਾ ਕਰਨਾ ਹੈ, ਦੈਨ ਅਨਈਵਨ ਸਕਿਨ ਟੋਨ, ਡਰਾਈਨੈਸ, ਇਵਨ ਪ੍ਰੀ ਮੈਚਿਓਰ ਏਜਿੰਗ ਜ਼ਿਆਦਾ ਹੋ ਜਾਂਦੀ ਹੈ ਜਿਹੜੇ ਲੋਕਾਂ ਦਾ ਫੀਲਡ ਵਰਕ ਜ਼ਿਆਦਾ ਹੈ ਜੀ। ਸੋ ਇਹ ਸਾਰੀ ਚੀਜ਼ਾਂ ਜੋ ਅਸੀਂ ਕਾਮਨਲੀ ਵੀ ਕੀਪ ਕਮਿੰਗ ਅਕ੍ਰੋਸ। ਇਹਦੇ ਇਲਾਵਾ ਹੁੰਦਾ ਹੈ ਕਿ ਕੁਝ ਪ੍ਰੋਬਲਮਸ ਹੈ ਜਿਹੜੇ ਪ੍ਰੀ ਐਗਜ਼ਿਸਟਿੰਗ ਹੈ ਉਹ ਫਲੇਅਰ ਕਰ ਜਾਂਦੇ ਹੈ। ਠੀਕ ਹੈ, ਜਿਵੇਂ ਕਿ ਐਕਨੇ ਹੈ, ਪੇਸ਼ੈਂਟਸ ਨੂੰ ਜ਼ਿਆਦਾ ਐਕਨੇ ਬ੍ਰੇਕਆਊਟ ਹੋਣ ਲੱਗ ਪੈਣਗੇ ਸਮਰਸ ਦੇ ਵਿੱਚ। ਕਿਸੇ ਨੂੰ ਐਟੋਪਿਕ ਡਰਮੇਟਾਈਟਿਸ ਹੈ, ਤਾਂ ਡਰਾਈਨੈਸ ਵੱਧ ਜਾਂਦੀ ਹੈ, ਪਸੀਨੇ ਦੀ ਵਜ੍ਹਾ ਵਿੱਚ ਸਕਿਨ ਫੋਲਡਸ ਦੇ ਵਿੱਚ ਰੈਸ਼ਿਜ਼ ਜ਼ਿਆਦਾ ਆਉਣ ਲੱਗ ਪੈਂਦੇ ਆ। ਤਾਂ ਇਹ ਸਾਰੀ ਚੀਜ਼ਾਂ ਜਿਹੜੀ ਗਰਮੀ ਦੀ ਵਜ੍ਹਾ ਨਾਲ ਵੱਧ ਜਾਂਦੀਆਂ ਜੀ। ਡਾਕਟਰ ਸਾਹਿਬ, ਇਹ ਦੱਸੋ ਕਿ ਜਿੱਦਾਂ ਇਹ ਮੌਸਮ ਨੇ ਤੇ ਆਣਾ ਹੀ ਆਣਾ ਹੈ ਔਰ ਅਸੀਂ ਆਪਣਾ ਕੰਮ ਵੀ ਕਰਦੇ ਰਹਿਣਾ ਹੈ, ਸਪੋਰਟਸ ਵੀ ਹੋਣੀਆਂ ਨੇ, ਪਸੀਨਾ ਵੀ ਆਣਾ ਹੈ ਔਰ ਕਈ ਵਾਰੀ ਸਨ ਐਕਸਪੋਜ਼ਰ ਵੀ ਕਾਫੀ ਜ਼ਿਆਦਾ ਹੋ ਜਾਂਦਾ ਹੈ, ਚਾਹੇ ਅਸੀਂ ਡਰਾਈਵ ਕਰ ਰਹੇ ਹਾਂ ਜਾਂ ਵਰਕ ਪ੍ਰੋਫਾਈਲ ਇੱਦਾਂ ਦਾ ਹੈ। ਤੇ ਡਾਕਟਰ ਸਾਹਿਬ, ਸਨਸਕ੍ਰੀਨ ਦਾ ਕਿੰਨਾ ਕੁ ਰੈਗੂਲਰ ਇਸਤੇਮਾਲ ਹੋਣਾ ਚਾਹੀਦਾ? ਦੇਖੋ, ਸਨਸਕ੍ਰੀਨ ਇੱਕ ਐਜਾ ਪ੍ਰੋਡਕਟ ਹੈ ਜਿਹਨੂੰ ਆਪਾਂ ਨੈਗੋਸ਼ੀਏਟ ਨਹੀਂ ਕਰ ਸਕਦੇ, ਆਪਾਂ ਨੂੰ ਲਗਾਉਣਾ ਹੀ ਹੈ ਜੀ, ਚਾਹੇ ਉਹ ਸਮਰਸ ਹੈ, ਵਿੰਟਰਸ ਹੈ ਜਾਂ ਇਵਨ ਕਲਾउडी वेदर है। एवरी डे मतलब लगाना है, जितना का मर्जी वेदर है, एवरी डे सनस्क्रीन लगाना है। आउटडोर हो तो भी सनस्क्रीन लगाना है, इंडोर हो तो भी सनस्क्रीन लगाना है जी। जे आप एसी ऑफिस विच बैठे हैं तां भी सनस्क्रीन लगाना है, बिकॉज सनस्क्रीन आपां नूं यूवी ए रेज तो बचांदी है, यूवी बी रेज तो बचांदी है, ते इंफ्रारेड ते ब्लू लाइट तो बचांदी है जी। तो जदों आपां इंडोर्स रह रहे हैं तां वी आर कमिंग अक्रॉस कि आपां फोन लैके बैठे हैं या आपां कंप्यूटर दी स्क्रीन विच बैठे हैं या आपां एलईडी लाइट्स दे अंदर बैठे हैं, सो ये सारियां नाल इंफ्रारेड रेज आनी है एंड दैट also damages your skin. That also damages. Okay. डॉक्टर साहब, SPF लेवल कितना होना चाहिए? अक्सर कुड़ियां, यंग कुड़ियां आके सानू पूछती हैं। देखो, SPF नू पहले समझो की है। इट इज कॉल्ड सन प्रोटेक्शन फैक्टर। राइट। SPF जो है वो एज अ रफ कैलकुलेशन एक SPF ਆਪਾਂ ਨੂੰ 10 ਮਿੰਟ ਦਾ सन प्रोटेक्शन दे सकता है। ओके, ठीक है। सो फॉर एनी वर्क, जे तुसी बाहर जाना है, फील्ड वर्क ज़्यादा है, तो 50 SPF इज गुड इनफ। ओके, ਜਿਹੜਾ ਆਪਾਂ ਨੂੰ 6 ਤੋਂ 8 ਘੰਟੇ ਤੱਕ ਪ੍ਰੋਟੈਕਸ਼ਨ ਦੇ ਦਿੰਦਾ ਹੈ। ਠੀਕ ਹੈ। SPF 30 फॉर रूटीन यूजेज कि आप ज़्यादा अंदर ही रहना है, ज़्यादा बाहर नहीं जाना जी। बट एक चीज़ सनस्क्रीन बहुत ध्यान देने की जरूरत है कि सनस्क्रीन के जेडे भी प्रोडक्ट्स है या ये मेटाबोलाइज होना शुरू हो जाते हैं आफ्टर 2 to 3 आवर्स। तो जो मैं सुबह सनस्क्रीन लगाई है तो 8 बजे लगाई है तो 10-11 बजे तक मेरी सनस्क्रीन का
60% इफेक्ट घटना शुरू हो जाएगा। ओके सो आई नीड टू रिपीट द सनस्क्रीन, मैंने दोबारा लगानी है जी। सनस्क्रीन। तो सनस्क्रीन का अच्छा प्रोटेक्शन लैन वास्ते रिपीट करना SPF तो भी ज़्यादा ਜ਼ਰੂਰੀ ਹੈ। ਓਕੇ ਡਾਕਟਰ ਸਾਹਿਬ, ਇੱਕ ਚੀਜ਼ ਪੁੱਛਣਾ ਚਾਹਾਂਗੀ, ਅਕਸਰ ਗਰਲਸ ਜਿਹੜੀਆਂ ਨੇ SPF ਲਗਾਇਆ ਉਸ ਤੋਂ ਉੱਪਰ ਥੋੜਾ ਜਿਹਾ ਮੇਕਅਪ ਵੀ ਕਰਦੀਆਂ ਨੇ, ਤੇ ਜੇ 2-2.5 ਘੰਟੇ ਬਾਅਦ ਰਿਪੀਟ ਕਰਨਾ ਹੈ ਉਹ ਕਿਸ ਤਰ੍ਹਾਂ ਕੀਤਾ ਜਾਏਗਾ? देखो आजकल बहुत डिफरेंट टाइप्स दी सनस्क्रीन अवेलेबल है जी। चाहे सनस्क्रीन स्टिक्स ले लो, सनस्क्रीन स्प्रे फॉर्म में ले लो, या नॉर्मल सनस्क्रीन भी तुसी बस डैब करनी है स्किन के ऊपर। Okay. यू डोंट हैव टू रब, बारी बारी रब करके नहीं लगानी, लगी हुई दे ऊपर थोड़ी डॉट्स लगाए, थोड़ा जा डैब करता, दैट्स गुड इनफ। ਓਕੇ ठीक है, लेयरिंग विल गिव यू मोर प्रोटेक्शन। ਡਾਕਟਰ ਸਾਹਿਬ, ਸਨਸਕ੍ਰੀਨ ਅਕਸਰ ਯੂਜ਼ ਕਰਨ ਤੋਂ ਕਈ ਵਾਰੀ ਮੈਂ ਆਪ ਵੀ ਪਰਸਨਲੀ ਵੀ ਦੇਖਿਆ ਕਿ ਕਾਫੀ ਪਸੀਨਾ ਐਂਡ ਥੋੜਾ ਆਇਲੀ ਜਿਹਾ ਟੱਚ ਆ ਜਾਂਦਾ ਹੈ, ਉਹਦਾ ਕੀ ਕੀਤਾ ਜਾਏ? यू विल हैव टू चूज सनस्क्रीन ਜਿਹੜੀ ਤੁਹਾਡੀ ਸਕਿਨ ਨੂੰ ਸੂਟ ਕਰੇ। ਡਾਕਟਰ ਸਾਹਿਬ, ਉਹ ਕਿੱਦਾਂ ਕਰਨਾ ਹੈ? ਇੱਕ ਦੇਖੋ, ਆਮ ਇੱਕ- ਆਦਮੀ ਕਿਸ ਤਰ੍ਹਾਂ ਚੂਜ਼ ਕਰੇਗਾ? ਸਨਸਕ੍ਰੀਨ ਦੇ ਪੈਕ ਦੇ ਉੱਪਰ ਲਿਖਿਆ ਹੈ ਇਫ ਜੀ। ਯੂ ਹੈਵ ਆਇਲੀ ਸਕਿਨ ਤੁਸੀਂ ਚੂਜ਼ ਕਰਨਾ ਹੈ ਵਾਟਰ ਬੇਸਡ ਪ੍ਰੋਡਕਟ। ਓਕੇ ਅਗਰ ਤੁਹਾਡੀ ਡਰਾਈ ਸਕਿਨ ਹੈ ਯੂ ਹੈਵ ਟੂ ਯੂਜ਼ ਕਰੀਮ ਬੇਸਡ ਪ੍ਰੋਡਕਟ। ਤਾਂ ਉਹ ਪੈਕਿੰਗ ਦੇ ਉੱਪਰ ਲਿਖਿਆ ਹੁੰਦਾ ਹੈ, ਯੂ ਹੈਵ ਟੂ ਜਸਟ ਰੀਡ ਅਬਾਊਟ ਇਟ ਕਿ ਕਿਸ ਟਾਈਪ ਦੀ ਸਕਿਨ ਦੇ ਉੱਪਰ ਕਿਹੜੀ ਸਨਸਕ੍ਰੀਨ ਬੈਟਰ ਹੈ। ਡਾਕਟਰ ਸਾਹਿਬ, ਵੈਦਰ ਦਾ ਵੀ ਫਰਕ ਪੈਂਦਾ ਹੈ ਕਿ ਗਰਮੀਆਂ 'ਚ ਕੋਈ ਹੋਰ ਸਨਸਕ੍ਰੀਨ ਔਰ ਸਰਦੀਆਂ 'ਚ ਦੇਖੋ ਕੋਈ ਜਿਵੇਂ ਹੋਰ ਟਾਈਪ? ਆਪਾਂ ਕਹਿੰਦੇ ਆ ਨਾ ਸਰਦੀਆਂ ਆ ਗਈਆਂ ਤਾਂ ਆਪਾਂ ਗਰਮੀਆਂ ਦੇ ਕੱਪੜੇ ਅੰਦਰ ਰੱਖ ਜੀ। ਲੈਂਦੇ ਆ ਅਲਮਾਰੀਆਂ 'ਚ ਤੇ ਸਰਦੀਆਂ ਦੇ ਕੱਪੜੇ ਕੱਢ ਲੈਂਦੇ ਜੀ। ਸੋ ਅਕੋਰਡਿੰਗਲੀ ਇਵਨ ਸਾਰੇ ਸਕਿਨ ਪ੍ਰੋਡਕਟਸ ਚੇਂਜ ਹੋਣਗੇ ਡਿਪੈਂਡਿੰਗ ਅਪਨ ਦ वेदर। okay। ठीक है, जे ड्राई हो रही है स्किन, समझ लो गर्मी है एंड आई एम स्टिल फीलिंग कि मेरी स्किन ड्राई है, आई विल स्टिल यूज क्रीम बेस्ड प्रोडक्ट। Okay। ठीक है, वन फाइन डे व्हेन आई गेट अप, मैं सवेरे उठनी है मैंने लगता है आज ड्राई नहीं है एंड आई एम फीलिंग ऑयली, Okay। देन मैंने अकॉर्डिंगली आधा मॉइस्चराइजर चेंज करना है। आई कैन नॉट यूज कि एक कोई प्रोडक्ट है जो मैं सालों साल यूज करनी है, Okay। वो चेंज करने भी जरूरी है। ਜੀ ਡਾਕਟਰ ਸਾਹਿਬ, ਜੇ ਮॉइस्चराइजर ਯੂਜ਼ ਕਰਨਾ ਹੈ ਔਰ ਸਨਸਕ੍ਰੀਨ ਯੂਜ਼ ਕਰਨੀ ਹੈ ਤੇ ਕਿਹੜੀ ਚੀਜ਼ ਪਹਿਲਾਂ ਅਪਲਾਈ ਹੋਏਗੀ? ਮॉइस्चराइजर ਪਹਿਲਾਂ, ਸਨਸਕ੍ਰੀਨ ਬਾਅਦ ਵਿੱਚ। ਇੱਕ ਥੰਬ ਰੂਲ ਹੈ, ਸਮਝ ਲਓ ਜੇ ਤੁਸੀਂ ਮੇਕਅਪ ਵੀ ਕਰਨਾ ਹੈ ਜਾਂ ਕੋਈ ਸੀਰਮਸ ਲਗਾ ਰਹੇ ਹੋ ਤੁਸੀਂ, ਜਿਹੜਾ ਸਭ ਤੋਂ ਥਿਨ ਪ੍ਰੋਡਕਟ ਹੈ ਉਹ ਸਭ ਤੋਂ ਪਹਿਲੇ ਆਣਾ ਹੈ। ਜਿਵੇਂ ਜਿਵੇਂ ਥਿਕਨੈਸ ਵੱਧਦੀ ਚਲੀ ਜਾਏਗੀ ਉੱਪਰ ਦੇ ਉੱਪਰ ਲੇਅਰਿੰਗ ਹੁੰਦੀ ਜਾਏਗੀ। ਜੀ ਡਾਕਟਰ ਸਾਹਿਬ, ਇਹ ਲੇਅਰਿੰਗ ਬਾਰੇ ਮੈਂ ਥੋੜਾ ਜਿਹਾ ਡਿਟੇਲ ਵਿੱਚ ਇੱਥੇ ਪੁੱਛਣਾ ਚਾਹਾਂਗੀ ਸ਼ਾਰਟ ਵਿੱਚ। ਹਾਂ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦਰਸ਼ਕੋ, ਸਪੈਸ਼ਲੀ ਯੰਗ ਗਰਲਸ ਲਈ ਜਿਹੜੀ ਕਿ ਬਹੁਤ ਜ਼ਿਆਦਾ ਕੌਨਸ਼ੀਅਸ ਰਹਿੰਦੀਆਂ ਨੇ ਕਿ ਸਾਡੀ ਸਕਿਨ ਗਲੋਈ ਹੋਣੀ ਚਾਹੀਦੀ ਹੈ ਔਰ ਸਾਰੀ ਲੇਅਰਸ ਉਹਨਾਂ ਨੇ ਯੂਜ਼ ਕਰਨੀ ਹੁੰਦੀ ਹੈ, ਉਹਨਾਂ ਕੋਲ ਪੂਰਾ ਵੱਡਾ ਸਪਰੈਡ ਹੁੰਦਾ ਹੈ ਆਪਣੇ ਮੇਕਅਪ ਦਾ। ਤੇ ਮੈਡਮ ਤੁਹਾਡੇ ਕੋਲ ਨੇ ਤੇ ਉਹ ਸਾਨੂੰ ਦੱਸਣਗੇ। ਡਾਕਟਰ ਸਾਹਿਬ, ਸੀਰਮ ਤੋਂ ਲੈ ਕਰਕੇ ਫਾਊਂਡੇਸ਼ਨ ਤੱਕ ਇੱਕ ਦੇਖੋ, ਸਟੈਪ ਵਾਈਜ਼ ਸਭ ਤੋਂ ਦੱਸਿਓ। ਪਹਿਲਾਂ ਜੇ ਤੁਸੀਂ ਨਾਰਮਲ ਸਕਿਨ ਹੈ ਐਂਡ ਤੁਹਾਨੂੰ ਵਿਟਾਮਿਨ ਸੀ ਸੀਰਮ ਸੂਟ ਕਰਦਾ ਹੈ ਤਾਂ ਮਾਰਨਿੰਗ ਵਿੱਚ ਵਿਟਾਮਿਨ ਸੀ ਸੀਰਮ ਲਗਾਓ ਜੀ। ਉਹਦੇ ਉੱਪਰ ਮॉइस्चराइजर ਦੀ ਲੇਅਰ ਦਿਓ। ਥਰਡ ਲੇਅਰ ਇਜ਼ ਸਨਸਕ੍ਰੀਨ, ਉਹਦੇ ਉੱਪਰ ਤੁਸੀਂ ਫਾਊਂਡੇਸ਼ਨ ਜਾਂ ਕੰਪੈਕਟ ਜਾਂ ਵਿਚਐਵਰ ਮੇਕਅਪ ਯੂ ਲਾਈਕ ਯੂ ਕੈਨ ਡੂ ਇਟ। ਜੀ ਡਾਕਟਰ ਸਾਹਿਬ, ਤੁਹਾਡੇ ਨਾਲ ਫਿਰ ਗੱਲ ਕਰਾਂਗੀ। ਮੈਨੂੰ ਲੱਗਦਾ ਹੈ ਸਾਡਾ ਇੰਨਾ ਇੰਟਰਸਟਿੰਗ ਟੌਪਿਕ ਸੁਣ ਕੇ ਦਰਸ਼ਕ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਆ ਤੁਸੀਂ ਡਾਕਟਰ ਰੁਚੀ ਨੂੰ? ਹਾਂਜੀ, ਇਹ ਆਪਣੀ ਲੜਕੀ ਹੈ ਜੀ, ਭਾਂਜੀ ਮੇਰੀ, ਤੇ ਉਹ ਜਦੋਂ ਖਾਰਸ਼ ਆਉਂਦੀ ਹੈ ਨਾ ਜੀ, ਉਹ ਤਰਪੜ ਹੋ ਜਾਂਦੇ ਨੇ ਜੀ ਓਕੇ ਸਾਰੇ ਪਿੰਡੇ ਤੇ ਜੀ। ਹਾਂਜੀ ਜੀ, ਤੇ ਡਾਕਟਰ ਸਾਹਿਬ ਉਹਨਾਂ ਦੀ ਭਾਂਜੀ ਨੂੰ ਧੱਪੜ ਹੋ ਜਾਂਦੇ ਆ। ਦੇਖੋ ਇਹ ਜਿਹੜੀ ਆਪਾਂ ਨਾਰਮਲ ਵੋਏਜ ਜਿਹਨੂੰ ਧੱਪੜ ਕਹਿ ਰਹੇ ਹਾਂ, ਬੇਸਿਕਲੀ ਉਹ ਅਗਰ ਐਜ਼ ਅ ਡਾਇਗਨੋਸਿਸ ਜਾਂ ਮੈਡੀਕਲ ਟਰਮ ਯੂਜ਼ ਕਰਨੀ ਹੈ ਤਾਂ ਉਹ ਹੈ ਕ੍ਰੋਨਿਕ ਅਰਟੀਕੇਰੀਆ। Right। ਠੀਕ ਹੈ, ਕ੍ਰੋਨਿਕ ਅਰਟੀਕੇਰੀਆ এনवायरमेंट ਬੇਸਡ ਹੁੰਦਾ ਹੈ ਕਿ 에ਅਰ ਦੇ ਨਾਲ ਕੋਈ ਚੀਜ਼ ਆਪਾਂ ਬਰੀਥ ਇਨ ਕਰ ਰਹੇ ਹਾਂ, ਉਹਦੀ ਵਜ੍ਹਾ ਨਾਲ ਸਕਿਨ ਦੇ ਉੱਪਰ ਰਿਐਕਸ਼ਨਸ ਆ ਜਾਂਦੇ ਆ। ਸੋ ਇਨ ਦੈਟ ਕੇਸ ਪਹਿਲਾ ਦਾ ਕੰਮ ਹੈ ਕਿ ਸਕਿਨ ਬੈਰੀਅਰ ਫੰਕਸ਼ਨ ਨੂੰ ਇੰਪਰੂਵ ਕਰੀਏ, ਡੇਲੀ ਬੇਸਿਸ ਤੇ ਮॉइस्चराइज ਕਰੀਏ। ਜਿਵੇਂ ਸਾਨੂੰ ਕੋਈ ਪੁੱਛਦਾ ਹੈ ਕਿ ਵਾਟ ਇਜ਼ ਦ ਬੈਸਟ ਵੇ ਟੂ ਅਪਲਾਈ ਮॉइस्चराइजर, ਤਾਂ ਜਿਹੜੇ ਲੋਕਾਂ ਨੂੰ ਅਰਟੀਕੇਰੀਆ ਹੈ ਜਾਂ ਐਟੋਪਿਕ ਡਰਮੇਟਾइटिस ਹੈ ਤਾਂ ਰੋਜ਼ ਨਹਾਉਣ ਤੋਂ ਬਾਅਦ गिल्ली बॉडी पे तुसी नारियल का तेल लगाना है, हल्का पानी पाके पैच ड्राई करना है, रगड़ के नहीं पहुंचना। पैच ड्राई करोगे तो थोड़ी डैम्प रहेगी, ਉਹਦੇ ਉੱਪਰ ਮॉइस्चराइज ਕਰੋ। ਰਾਤ ਨੂੰ ਜਦੋਂ ਆਪਾਂ ਚੇਂਜ ਕਰਨੇ ਆ ਉਸ ਸਮੇਂ ਫਿਰ ਕਈ ਵਾਰੀ ਅਰਟੀਕੇਰੀਆ ਰਿਐਕਸ਼ਨ ਜਿਹੜੀਆਂ ਇੱਕਦਮ ਜ਼ਿਆਦਾ ਹੁੰਦੀ ਹੈ ਬਿਕੋਜ਼ ਆਫ ਦਾ ਟੈਂਪਰੇਚਰ ਚੇਂਜ, ਵਾਪਸ ਮॉइस्चराइज ਕਰੋ। ਸੋ ਤੁਸੀਂ 365 ਡੇਜ਼ ਜਦੋਂ ਮॉइस्चराइज ਕਰਦੇ ਰਹੋਗੇ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਸਕਿਨ ਦੇ ਵਿੱਚ ਇੱਕ ਤਰ੍ਹਾਂ ਦਾ ਮॉइस्चर ਦਾ ਬਿਲਡ ਅਪ ਆਉਣ ਲੱਗ ਜਾਏਗਾ ਐਂਡ ਯੋਰ ਸਕਿਨ ਬੈਰੀਅਰ ਫੰਕਸ਼ਨ ਵਿਲ ਇੰਪਰੂਵ। ਉਹਦੀ ਵਜ੍ਹਾ ਨਾਲ ਤੁਸੀਂ ਤੁਹਾਡੀ ਸਕਿਨ ਬਾਰ-ਬਾਰ ਰਿਐਕਟ ਨਹੀਂ ਕਰੇਗੀ। ਇਹਦੇ ਇਲਾਵਾ ਐਂਟੀ ਐਲਰਜਿਕ ਟੈਬਲੇਟਸ ਹੁੰਦੇ ਆ ਜਿਹਨੂੰ ਐਂਟੀ ਹਿਸਟਾਮਿਨਿਕਸ ਕਹਿੰਦੇ ਆ, ਉਹ ਤੁਸੀਂ ਡਾਕਟਰਸ ਦੀ ਐਡਵਾਈਸ ਦੇ ਨਾਲ ਲੈਣੇ ਹੈ ਕਿਉਂਕਿ देयर आर मल्टीपल एंटी एलर्जिक ਜਿਹੜੇ ਓਵਰ ਦਾ ਕਾਊਂਟਰ ਵੀ ਮਿਲ ਜਾਂਦੇ ਆ, ਪਰ ਹਮੇਸ਼ਾ ਤੁਸੀਂ ਆਦੇ ਡਾਕਟਰ ਦੀ ਐਡਵਾਈਸ ਨਾਲ ਲੈਣੇ ਆ ਕਿਸ ਡੋਸੇਜ ਤੇ ਚਾਹੀਏ, ਜਿਹੜੇ ਤਰਫੜ ਹੈ ਉਹਨਾਂ ਦੀ ਸਿਵੀਅਰਿਟੀ ਕੀ ਹੈ, ਕਿਸ ਫ੍ਰੀਕੁਐਂਸੀ ਚ ਆਨੇ ਆ, ਤਾਂ ਉਸ ਹਿਸਾਬ ਤੇ ਤੁਹਾਡੀ ਐਂਟੀ ਐਲਰਜਿਕ ਟੈਬਲੇਟ ਦੀ ਡੋਸੇਜ ਡਿਸਾਈਡ ਹੁੰਦੀ ਹੈ। ਔਰ ਕਈ ਵਾਰੀ ਐਂਟੀ ਐਲਰਜਿਕ ਦੇ ਨਾਲ ਨਹੀਂ ਫਰਕ ਪੈ ਰਿਹਾ
तो ਉਹਦੇ ਨਾਲ ਮਲਟੀਪਲ ਇਮਿਊਨੋਮੋਡੂਲੇਟਰ ਕਰਕੇ ਵੀ ਡਰੱਗਸ ਆਉਂਦੀਆਂ ਜਿਹੜੀਆਂ ਐਡ ਕਰਦੀਆਂ ਕ੍ਰੋਨਿਕ ਅਰਟੀਕੇਰੀਆ ਨੂੰ ਟ੍ਰੀਟ ਕਰਨ ਲਈ। तो पहले तो स्किन केयर करना शुरू करो और बाकी ਜਿਹੜੀ ਮੈਡੀਕਲ ਐਡਵਾਈਸ ਹੈ ਉਹਦੇ ਵਾਸਤੇ ਤੁਹਾਨੂੰ ਡਰਮੈਟੋਲੋਜਿਸਟ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਜਿੱਦਾਂ ਡਾਕਟਰ ਰੁਚੀ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਕਿ ਜਿਹੜਾ ਕ੍ਰੋਨਿਕ ਅਰਟੀਕੇਰੀਆ ਯਾਨੀ ਕਿ ਤੱਫੜ ਦੀ ਪ੍ਰੋਬਲਮ ਹੈ ਉਹ ਅਕਸਰ ਕਈ ਬੱਚਿਆਂ ਨੂੰ ਵੀ ਹੁੰਦੀ ਹੈ ਔਰ ਕਈ ਵੱਡਿਆਂ ਨੂੰ ਵੀ ਹੋ ਜਾਂਦੀ ਹੈ ਚੇਂਜਿੰਗ ਵੈਦਰ ਦੇ ਨਾਲ। ਤੇ ਇਹਦੇ ਵਿੱਚ ਮੇਨ ਬੇਸਿਕ ਚੀਜ਼ ਹੈ ਕਿ ਤੁਹਾਡੀ ਸਕਿਨ ਜਿਹੜੀ ਉਹ ਡਰਾਈ ਹੋ ਰਹੀ ਹੈ, ਉਹਨੂੰ ਮੋਇਸਚਰ ਦੀ ਲੋੜ ਹੈਗੀ ਹੈ। ਤੇ ਮੋਇਸਚਰ ਸਿਰਫ ਸਰਦੀਆਂ ਵਿੱਚ ਯੂਜ਼ ਨਹੀਂ ਕਰਨਾ, ਮੋਇਸਚਰਾਈਜ਼ਰ ਵੈਦਰ ਦੇ ਹਿਸਾਬ ਨਾਲ ਤੁਹਾਡਾ ਡੇਲੀ ਰੂਟੀਨ ਹੋਣਾ ਚਾਹੀਦਾ ਹੈ। ਜੇ ਤੁਸੀਂ ਇੱਕ ਸੌਫਟ ਗਲੋਇੰਗ ਸਕਿਨ ਚਾਹੁੰਦੇ ਹੋ ਜਿਹਦੇ ਵਿੱਚ ਕਿ ਬੈਰੀਅਰ ਜਿਹੜਾ ਹੈਗਾ ਉਹ ਮੇਨਟੇਨ ਰਹੇ ਸਕਿਨ ਦਾ, ਕਿਉਂਕਿ ਸਕਿਨ ਜਿਹੜਾ ਹੈ ਉਹ ਤੁਹਾਡੀ ਬਾਡੀ ਦਾ ਸਭ ਤੋਂ ਵੱਡਾ ਆਰਗਨ ਹੈ, ਸਭ ਤੋਂ ਬਿਗੇਸਟ ਆਰਗਨ ਸਾਡੀ ਬਾਡੀ ਦਾ ਜਿਹੜਾ ਹੁੰਦਾ ਹੈ ਉਹ ਸਕਿਨ ਹੁੰਦਾ ਹੈ। ਇਸ ਕਰਕੇ ਉਹਦੀ ਉਨੀ ਹੀ ਜ਼ਿਆਦਾ ਕੇਅਰ ਕੀਤੀ ਜਾਣੀ ਜ਼ਰੂਰੀ ਹੈ। ਡਾਕਟਰ ਸਾਹਿਬ, ਇੱਕ ਡੇਲੀ ਰੂਟੀਨ ਦੀ ਗੱਲ ਕਰੀਏ ਤੇ ਕਿਹੜੀ ਡਾਈਟਸ ਹੋਣੀਆਂ ਚਾਹੀਦੀਆਂ ਜਿਹੜੀ ਸਾਡੇ ਸਕਿਨ ਦੇ ਮੋਇਸਚਰ ਲਈ ਜ਼ਰੂਰੀ ਨੇ, ਸਾਡੇ ਸਕਿਨ ਦੀ ਗਲੋ ਲਈ ਜ਼ਰੂਰੀ ਨੇ? ਦੇਖੋ, ਇੱਕ ਤਾਂ ਵਾਟਰ ਇਨਟੇਕ ਤੇ ਤੁਸੀਂ ਬਹੁਤ ਧਿਆਨ ਦੇਣਾ ਹੈ। ਐਟਲੀਸਟ 3 to 4 ਲੀਟਰਸ ਪਰ ਡੇ ਤੁਸੀਂ ਵਾਟਰ ਲੈਣਾ ਹੈ ਜੀ। ਇਹਦੇ ਇਲਾਵਾ ਓਮੇਗਾ 3 ਫੈਟੀ ਐਸਿਡਸ ਹੈ ਜਿਹੜੇ ਸਕਿਨ ਦੇ ਆਇਲ ਤੇ ਮੋਇਸਚਰ ਨੂੰ ਰਿਟੇਨ ਕਰਦੇ ਆ। ਤੋ ਓਮੇਗਾ 3 ਫੈਟੀ ਐਸਿਡ ਰਿਚ ਡਾਈਟ ਲੈਣੀ ਹੈ। ਉਹਦੇ ਜਿੱਦਾਂ ਉਹ ਕਿਹੜੇ ਹੁੰਦੇ ਆ? ਨਟਸ ਲੈ ਸਕਦੇ ਹੋ, ਅਖਰੋਟ ਲੈ ਲੇ, ਬਦਾਮ ਲੈ ਲੇ। ਬਟ ਬਦਾਮ ਨੂੰ ਜਦੋਂ ਲੈਣਾ ਛਿਲਕੇ ਦੇ ਨਾਲ ਲੈਣਾ ਬਿਕੋਜ਼ ਛਿਲਕੇ ਵਿੱਚ ਓਮੇਗਾ 3 ਫੈਟੀ ਐਸਿਡ ਦਾ ਕੰਟੈਂਟ ਹਾਈ ਰਹਿੰਦਾ ਹੈ। ਰਾਈਟ, ਠੀਕ ਹੈ। ਇਹਦੇ ਇਲਾਵਾ ਤੁਸੀਂ ਸਪਰਾਊਟਸ ਲੈ ਸਕਦੇ ਹੋ ਸੋ ਦੈਟ ਵਿਲ ਇਨਕਰੀਜ਼। ਇਹਦੇ ਇਲਾਵਾ ਆਪਣੇ ਚੀਆ ਸੀਡਸ ਵਗੈਰਾ ਆਉਂਦੇ ਆ ਜਿਹੜਾ ਤੁਸੀਂ ਡਾਈਟ ਵਿੱਚ ਇਨਕਲੂਡ ਕਰੋ, ਦੈਟ ਵਿਲ ਇੰਪਰੂਵ ਦ ਮੋਇਸਚਰ ਲੈਵਲ। ਜੀ ਡਾਕਟਰ ਸਾਹਿਬ, ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਨੇ। ਟੌਪਿਕ ਇੰਨਾ ਇੰਟਰਸਟਿੰਗ है कि मैंने लगता है आज बहुत ज्यादा टेलीफोन कॉल्स आने हैं। हाँ जी, हेलो ਹੈਲੋ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ। ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਸਾਹਿਬ ਨੂੰ? ਹਾਂਜੀ ਮੈਡਮ, ਮੇਰਾ ਨਾ ਬੇਟਾ ਹੈ 19 ਸਾਲ ਦਾ ਜੀ। ਹਾਂਜੀ, ਤੇ ਉਹਨੂੰ ਮੈਂ ਮੈਡੀਕਲ ਚ ਵੀ ਫਰੀਦਕੋਟ ਤੋਂ ਮੈਡਮ ਤੋਂ ਦਵਾਈ ਸੀ ਤੇ ਉਹਦੇ ਨਾ ਨੱਕ ਦੇ ਨਾਲ ਕਾਲੇ ਕਾਲੇ ਘੇਰੇ ਹੋ ਜਾਂਦੇ ਆ ਮੈਮ ਜੀ। ਹਾਂਜੀ, ਤੇ ਉਹਦੇ ਨਾਲ ਮੈਂ ਦਵਾਈ ਬਹੁਤ ਦਵਾਉਂਦੀ ਆ ਤੇ ਫੇਰ ਹੋ ਜਾਂਦੇ ਆ, ਦਵਾਈ ਲੈ ਲੈਂਦਾ ਫੇਰ ਹੋ ਜਾਂਦੇ ਆ। ਸਿਰਫ ਨੱਕ ਦੇ ਆਲੇ ਦੁਆਲੇ ਨੇ ਕਿ ਫੇਸ ਤੇ ਕਿਤੇ ਹੋਰ ਵੀ ਨੇ? ਹਾਂਜੀ, ਨੱਕ ਤੇ ਵੀ ਹੋ ਜਾਂਦੇ ਆ, ਕਈ ਵਾਰੀ ਜਦੋਂ ਪਸੀਨਾ ਆਉਂਦਾ ਵਾ ਤੇ ਉਹਦੇ ਐ ਕੱਛਾਂ ਦੇ ਵਿੱਚ ਵੀ ਹੋ ਜਾਂਦੇ ਆ, ਲੱਗ ਜਾਂਦੇ ਆ। ਡਾਕਟਰ ਸਾਹਿਬ, ਬਲੈਕਨਿੰਗ ਆਫ ਸਕਿਨ ਹੈ ਉਹਦੀ, ਸਪੈਸ਼ਲੀ ਆਫਟਰ ਪਰਸਪੀਰੇਸ਼ਨ, ਹੈਵੀ ਸਵੈਟਿੰਗ। ਦੇਖੋ, व्हाट आई सस्पेक्ट विद द हिस्ट्री कि ये या तो फंगल इन्फेक्शन है विच इज क्रॉनिक कि वो कंटिन्यू रहने की वजह नाल पोस्ट इन्फ्लामेटरी पिगमेंटेशन दे रहा है। ओके। और एल्स कई बार वेट पुट ऑन कर लेने जो बच्चे ते ਉਹਦੀ वजह नाल देयर इज समथिंग कॉल्ड अकैंथोसिस नाइग्रिकेंस। ਉਹਦੇ ਵਿੱਚ स्किन ਦਾ टेक्सचर भी चेंज हो जाएगा, थिकनेस आ जाएगी, कलर डार्क हो जाएगा और बहुत कॉमन है नेक डार्क होनी शुरू हो जाएगी, अंडर आर्म्स डार्क हो जाएंगे, इनर थाइज डार्क हो जाएंगे। तो ये एक तरह का मेटाबॉलिक सिंड्रोम है। सो ਉਹਦੇ ਵਾਸਤੇ ਤੁਹਾਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਾ ਪੈਂਦਾ ਹੈ ਕਿ ਕਿਧਰੇ ਪ੍ਰੀ ਡਾਇਬੀਟਿਕ ਤਾਂ ਨਹੀਂ ਹੈ ਬੱਚਾ, ਕੋਈ और ਹਾਰਮੋਨਲ ਚੇਂजेस ਤਾਂ ਨਹੀਂ ਹੈ, थायराइड ਤਾਂ ਨਹੀਂ ਇਰप्ट ਹੋਣ ਵਾਲਾ। तो ਇਹ ਦੋਨੋਂ ਚੀਜ਼ਾਂ ਨੂੰ ਦੇਖ ਕੇ ਹੀ ਡਾਇਗਨੋਸਿਸ ਦਿੱਤਾ ਜਾ ਸਕਦਾ ਹੈ ਕਿ ਇਹ ਪੋਸਟ ਇਨਫਲੇਮੇਟਰੀ ਪਿਗਮੈਂਟੇਸ਼ਨ ਹੈ ਸੈਕੰਡਰੀ ਟੂ ਲੌਂਗ ਟਰਮ ਫੰਗਲ ਇਨਫੈਕਸ਼ਨ, ਜਾਂ ਫਿਰ ਇਹ ਸਕਿਨ ਦੇ ਟੈਕਸਚਰ ਦਾ ਵੀ ਚੇਂਜ ਹੈ ਤੇ ਕਲਰ ਦਾ ਵੀ ਚੇਂਜ ਹੈ ਜਿਹਦੇ ਵਿੱਚ ਤੁਹਾਨੂੰ ਮੈਟਾਬੋਲਿਕ ਐਕਟੀਵਿਟੀ ਨੂੰ ਵੀ ਦੇਖਣਾ ਪਏਗਾ। ਸੋ ਯੂ ਵਿਲ ਹੈਵ ਟੂ ਗੈਟ ਇਟ ਡਾਇਗਨੋਸ, ਤੁਹਾਨੂੰ ਦਿਖਾਣਾ ਪਏਗਾ ਕਿ ਕੀ ਇਸ਼ੂ ਹੈ ਤੇ ਉਹਨੂੰ ਕਿਸ ਤਰ੍ਹਾਂ ਟ੍ਰੀਟ ਕਰਦਾ ਜਾ ਸਕਦਾ ਹੈ ਬਿਕੋਜ਼ ਇਹ ਦੋਨੋਂ ਕੰਡੀਸ਼ਨਸ ਲਈ ਟ੍ਰੀਟਮੈਂਟ ਬਿਲਕੁਲ ਅਲੱਗ-ਅਲੱਗ ਹੈ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਤੁਹਾਨੂੰ ਆਪਣੇ ਸਕਿਨ ਸਪੈਸ਼ਲਿਸਟ ਡਰਮੈਟੋਲੋਜਿਸਟ ਕੋਲ ਬੇਟੇ ਨੂੰ ਲੈ ਕੇ ਜਾਣਾ ਚਾਹੀਦਾ ਔਰ ਪ੍ਰੋਪਰ ਜੋ ਉਹ ਐਡਵਾਈਸ ਕਰਦੇ, ਕੁਝ ਬਲੱਡ ਟੈਸਟ ਹੁੰਦੇ ਉਹ ਕਰਾ ਕੇ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਹੋ ਸਕਦਾ ਹੈ ਕ੍ਰੋਨਿਕ ਫੰਗਲ ਇਨਫੈਕਸ਼ਨ ਚੱਲ ਰਿਹਾ ਹੋਵੇ ਜਿਹੜਾ ਕਿ ਅੱਗੇ ਸਪਰੈਡ ਵੀ ਹੋ ਸਕਦਾ ਹੈ ਔਰ ਇਹ ਫਿਰ ਖਤਰਨਾਕ ਵੀ ਹੋ ਸਕਦਾ ਹੈ। ਇਸ ਕਰਕੇ ਆਪਣੇ ਡਾਕਟਰ ਨੂੰ ਮਿਲੋ ਔਰ ਇਹਦੀ ਡਿਟੇਲ ਵਿੱਚ ਆਪਣਾ ਇਲਾਜ ਕਰਾਓ। ਡਾਕਟਰ ਸਾਹਿਬ, ਇਸੇ ਕੁਐਸਚਨ ਨੂੰ ਅਗਲੇ ਕੰਟੀਨਿਊ ਕਰਦੇ ਹੋਏ ਕ੍ਰੋਨਿਕ ਫੰਗਲ ਇਨਫੈਕਸ਼ਨ ਬਾਰੇ ਪੁੱਛਣਾ ਚਾਹਾਂਗੀ। ਬਦਲਦੇ ਮੌਸਮ ਵਿੱਚ ਅਕਸਰ ਫੰਗਲ ਇਨਫੈਕਸ਼ਨਸ ਵੀ ਕਾਫੀ ਜ਼ਿਆਦਾ ਹੋ ਜਾਂਦੇ ਹੈ। ਡਾਕਟਰ ਸਾਹਿਬ, ਕਈ ਬੱਚੇ ਮੇਰੀ ਆਪਣੀ ਓਪੀਡੀ ਵਿੱਚ ਆਉਂਦੇ ਸਰਕਲ ਰਿੰਗਵਰਮ ਇਨਫੈਕਸ਼ਨਸ ਐਂਡ ਆਲ, ਤੇ ਉਸ ਨੂੰ ਕਿਸ ਤਰ੍ਹਾਂ ਆਪਾਂ ਪ੍ਰੀਕਾਸ਼ਨਸ ਕੀ ਲਈਏ, ਪ੍ਰੀਵੈਂਟ ਕਿੱਦਾਂ ਕਰ ਸਕਦੇ ਹਾਂ? ਦੇਖੋ, ਸਭ ਤੋਂ ਪਹਿਲਾਂ ਤਾਂ ਵਿਚ ਵੀ कीप कमिंग अक्रॉस एज डर्मेटोलॉजिस्ट कि इन्ना ज़्यादा फंगल इन्फेक्शन हो रहा है जी, तो फंगल इन्फेक्शन की रजिस्टेंस इन्नी ज़्यादा है कि असीं कहने ये फंगल इन्फेक्शन का एपीडेमिक हो रहा है। डॉक्टर साहब, ये रीजन की है, कारण की है इन्ना फंगल इन्फेक्शन? देखो, सब तो पहला कारण है कि तुसी सेल्फ मेडिकेशन करते हो जी। आपां भुल जाने कि स्किन ऑर्गन है एंड वी कीप आस्किंग कि असीं आदे ਮੈਡੀਕਲ ਸਟੋਰ ਵਾਲੇ ਤੋਂ ਵੀ ਪੁੱਛ ਲੈਂਦੇ ਆ, ਅਸੀਂ ਆਦੇ ਨਾਲ ਵਾਲੀ ਆਂਟੀ ਨੂੰ ਵੀ ਪੁੱਛ ਲੈਂਦੇ ਆ ਕਿ ਮੈਨੂੰ ਜਿਹੜੀ ਵੀ ਕੋਈ ਕਰੀਮ ਪਈ ਹੈ ਜਾਂ ਕੋਈ ਗ੍ਰੈਂਡ ਪੇਰੈਂਟਸ ਵਾਸਤੇ ਕਰੀਮ ਆਈ ਸੀ ਆਪਾਂ ਉਹੀ ਬੱਚਿਆਂ ਦੇ ਵੀ ਲਗਾ ਦਿੰਦੇ ਆ। ਠੀਕ ਹੈ, ਸੋ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਬਿਕੋਜ਼ ਜਿਹੜੀ ਓਵਰ ਦਾ ਕਾਊਂਟਰ ਮੈਡੀਸਿਨ ਮਿਲਦੀ ਹੈ ਜਿਹਦੇ ਨਾਲ ਆਪਾਂ ਕਹਿੰਦੇ ਨਾ ਇੱਕਦਮ ਠੀਕ ਹੋ ਗਿਆ, ਸੋ ਦੈਟ ਹੈਜ਼ ਟੂ ਹੈਵ ਸਟੀਰੋਇਡ। ਸਟੀਰੋਇਡ ਫੰਗਲ ਇਨਫੈਕਸ਼ਨ ਵਿੱਚ ਕੰਟਰਾ ਇੰਡੀਕੇਟਡ ਹੈ ਬਿਕੋਜ਼ ਹੁੰਦਾ ਕੀ ਹੈ ਕਿ ਫੰਗਲ ਇਨਫੈਕਸ਼ਨ ਹੋਇਆ, ਤੁਸੀਂ ਸਟੀਰੋਇਡ ਕਰੀਮ ਲਗਾ ਲਈ, ਉਹ ਇੱਕ ਵਾਰੀ ਸੈਟਲ ਹੋ ਜਾਂਦਾ ਹੈ
ਬਟ ਜਿਵੇਂ ਤੁਸੀਂ ਸਟੀਰੋਇਡ ਕਰੀਮ ਛੱਡੋਗੇ ਉਹ ਫਲੇਅਰ ਕਰੇਗਾ, ਠੀਕ ਹੈ, ਔਰ ਉਸ ਤੋਂ ਵੀ ਜ਼ਿਆਦਾ ਡਿਫਿਕਲਟ ਵਾਲਾ ਫੰਗਲ ਇਨਫੈਕਸ਼ਨ ਆ ਜਾਏਗਾ ਉਸ ਤੋਂ ਬਾਅਦ, ਕਿਉਂਕਿ ਫੰਗਲ ਕਰੀਮਸ ਦੇ ਨਾਲ ਲੋਕਲ ਇਮਿਊਨ ਸਪਰੈਸ਼ਨ ਹੋ ਗਿਆ, ਔਰ ਜਿਵੇਂ ਤੁਸੀਂ ਛੱਡੀ ਤੁਹਾਨੂੰ ਆਦਤ ਪੈ ਗਈ ਤੇ ਤੁਸੀਂ ਉਹਨੂੰ ਛੱਡ ਹੀ ਨਹੀਂ ਸਕਦੇ ਹੋ, ਠੀਕ ਹੈ। ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਗੱਲਬਾਤ ਇੱਥੇ ਹੀ ਚਾਲੂ ਰੱਖੂੰਗੀ, ਬਟ ਜਿੱਦਾਂ ਮੈਂ ਅੱਜ ਕਿਹਾ ਕਿ ਲੋਕੀ ਬਹੁਤ ਜ਼ਿਆਦਾ ਤੁਹਾਡੇ ਫੈਨ ਹੋਏ ਪਏ ਨੇ। ਇੱਕ ਹੋਰ ਫੋਨ ਕਾਲ ਸਾਡੇ ਨਾਲ ਆਇਆ, ਇੱਕ ਹੋਰ ਦਰਸ਼ਕ ਜੁੜੇ ਸਾਡੇ ਨਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਆ ਡਾਕਟਰ ਸਾਹਿਬ ਨੂੰ? मैम सत श्री अकाल आप और मैडम को भी जी। मैम हमें ये पूछना है कि एक्जिमा क्या होता है और एक्जिमा का क्या कारण होता है, वो ठीक कैसे होता है, और मैम पूरा क्योर होता है कि नहीं एक्जिमा का? जी जी डॉक्टर साहब, एक्जिमा बारे साडे दर्शक पूछना चाहते हैं, एक्जिमा की हुंदा है, क्यों हुंदा है, पूरी तरीके नाल क्योर हो सकता है कि नहीं? देखो एक्जिमा एक स्किन दी इन्फ्लेमेटरी चेंज हैगा, ठीक है। ज़्यादातर केसेस विच एक्जिमा जेनेटिक हुंदा, तो एक्जिमा ਨੂੰ ਅਸੀਂ ਕਹੀਏ ਕਿ ਇਹ ਐਨੇ ਦਿਨ ਦਾ ਕੋਰਸ ਹੈ ਖਤਮ ਹੋ ਜਾਏਗਾ, ਐਸੇ ਨਹੀਂ ਹੁੰਦਾ। एक्जिमा इज़ अ कंट्रोलेबल डिजीज़ कि बहुत अच्छे तरीके नाल कंट्रोल हो जाती है कि तुसी क्रीम्स लगाते हो, अंडर ऑब्जरवेशन दवाई लेंदे हो, ठीक हो जाता है, बट उहदे मल्टीपल एग्रावेटिंग फैक्टर है कि वैदर चेंज होएगा फिर फ्लेयर कर जाएगा, या जिवें जे तुहाडे हार्मोनल चेंजिज हो रहे हैं उदों भी एक्जिमा फ्लेयर कर जाता है, एक्सट्रा स्ट्रैस लै रहे हो उहदी वजह नाल जिहड़े हार्मोनल चेंज है कई बारी उहदे नाल भी एक्जिमा स्प्रैड कर जाता है। तो एक्जिमा नू कंट्रोल किया जा सकता है विद रैगूलर स्किन केयर रूटीन कि तुसी एक्जिमा हैगा तुहानू तां तुसी जिवें आपां पहले भी गल कर चुके हैं कि स्किन बैरियर फंक्शन दे उपर काम करते रहो, जिन्ना तुहाडा स्किन बैरियर फंक्शन इंप्रूवड रहेगा उन्ने तुहाडे फ्लेयर्स घट जाएंगे। तो रेगूलर मॉइस्चराइजर और तुहाडी जिहड़ी है ना इंटरनल डेफिशिएंसीज नहीं होनी चाहिए। स्किन बैरियर फंक्शन वास्ते तुहानू चाहिदा है तुहाडे कैल्शियम लेवल्स पूरे होण, वाइटमिन डी पूरा होए, फेरेटिन लेवल पूरे होण, तुहाडे B12 लेवल पूरे होण, तुहाडी थायरॉयड प्रोफाइल तुसी रेगूलर बेसिस ते चेक करा सकदे हो, बिकॉज थायरॉयड दी वजह नाल भी एक्सेस ड्राइनेस हो जाती है तो तुहाडी स्किन दा जिहड़ा टैक्सचर है ड्राई होएगा तो वो उन्ना अच्छी तरह तुहाडा बैरियर फंक्शन नहीं काम करेगा। तो ये सारी चीज़ां करके तुसी उहनू कंट्रोल कर सकते हो, लाइफ कंफर्टेबल बना सकते हो, पर इनू कंप्लीटली क्योर नहीं किया जा सकता। जिद्दां डॉक्टर रुचि ने दस्सिया ਅਸੀਂ ਤਾਂ ਇਹੀ ਸੋਚਦੇ ਸੀ ਕਿ ਸਕਿਨ ਦੀ ਕੇਅਰ ਕਰਨੀ ਮਤਲਬ ਉਪਰੋਂ, ਮਤਲਬ ਵਧੀਆ ਜਿਹੜੀ ਐਡਸ ਆ ਰਹੀਆਂ ਨੇ ਜਾਂ ਕਿਤੇ ਵੀ ਕੁਝ ਦੇਖਿਆ, ਜਿੰਨੀ ਮਹਿੰਗੀ ਚੀਜ਼ ਹੈ ਉਹ ਕਰੀਮ ਲਗਾ ਲਈ, ਮੋਇਸਚਰਾਈਜ਼ਰ ਲਗਾ ਲਈ, ਲੇਕਿਨ ਜਿੱਦਾਂ ਡਾਕਟਰ ਰੁਚੀ ਸਾਨੂੰ ਦੱਸ ਰਹੇ ਹੈ ਕਿ ਇੰਟਰਨਲ ਚੀਜ਼ਾਂ ਵੀ ਸਾਡੇ ਸਕਿਨ ਨੂੰ ਹੈਲਦੀ ਰੱਖਦੀਆਂ ਨੇ। ਉਹਦੇ ਲਈ ਸਾਡੇ ਹਾਰਮੋਨਸ ਨਾਰਮਲ ਹੋਣੇ ਚਾਹੀਦੇ, ਉਹਦੇ ਲਈ ਸਾਡੇ ਸਾਰੇ ਵਿਟਾਮਿਨ ਲੈਵਲਸ ਨਾਰਮਲ ਹੋਣੇ ਚਾਹੀਦੇ, ਸਾਡਾ ਥਾਇਰਾਇਡ ਨਾਰਮਲ ਹੋਣਾ ਚਾਹੀਦਾ, ਸਾਡੀ ਡਾਈਟ ਦਾ ਉਹਦੇ ਤੇ ਅਸਰ ਪੈਂਦਾ ਹੈ, ਸਾਡੇ ਵਾਟਰ ਇਨਟੇਕ ਦਾ ਅਸਰ ਪੈਂਦਾ ਹੈ, ਸਟ੍ਰੈਸ ਲੈਵਲ ਦਾ ਅਸਰ ਪੈਂਦਾ ਹੈ। ਸੋ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਣਾ ਤਾਂ ਹੀ ਸਕਿਨ ਪ੍ਰੋਬਲਮਸ ਤੇ ਆਪਾਂ ਕੰਟਰੋਲ ਪਾ ਸਕਦੇ ਹਾਂ। ਐਗਜ਼ੈਕਟਲੀ ਹੈ ਨਾ। ਤੇ ਡਾਕਟਰ ਸਾਹਿਬ ਐਗਜ਼ੀਮਾ ਜਿਹੜਾ ਹੈਗਾ ਇਹ ਕੰਪਲੀਟ ਕਿਉਰ ਹੋ ਸਕਦਾ ਹੈ ਕਿ ਨਹੀਂ? कंट्रोल हो सकता है और बहुत अच्छे तरीके नाल हो सकता है, बट क्योर नहीं होता। क्योर नहीं मतलब जी टेंडेंसी हैगी एक्जिमा दी ते वो कदी भी फ्लेयर अप कर सकता है जी। डॉक्टर साहब वापस आने ਆਪਾਂ फंगल इन्फेक्शन ਤੇ। डॉक्टर साहब ਇਹ फंगल इन्फेक्शन इन सपोज अक्सर ਜਿਹੜਾ ਅਸੀਂ ਗੱਲ ਕਰਦੇ ਹਾਂ ਸੁਣਦੇ ਹਾਂ, ਹੁਣ ਜਿੱਦਾਂ ਗਰਮੀਆਂ ਵਿੱਚ ਅਸੀਂ ਸਵਿਮਿੰਗ ਵੀ ਜਾਣਾ ਹੈ ਤੇ ਸਵਿਮਿੰਗ ਤੋਂ ਬਾਅਦ ਅਕਸਰ ਟੋਜ਼ ਤੇ ਹੈਂਡਸ ਤੇ ਫੰਗਲ ਇਨਫੈਕਸ਼ਨਸ ਹੋ ਜਾਂਦੇ ਹੈਗੇ ਨਾ, ਤੇ ਇਹ ਕਿ ਅਕਸਰ ਹੀ ਰਹਿੰਦੇ ਹੀ ਹੈ ਆਲਵੇਜ਼? ਕਈ ਲੋਕਾਂ ਦੇ ਮੈਂ ਨੇਲਸ ਦੇਖੇ ਟੋਜ਼ ਦੇ ਉਹ ਕਾਲੇ ਹੀ ਰਹਿੰਦੇ ਆ। देखो फंगल इन्फेक्शन ट्रीट हो जाता है एज आई वाज टेलिंग यू कि स्टेरॉयड क्रीम्स लगी है तो फ्लेयर ज़्यादा कर जाएगा जी। रेगुलर ट्रीटमेंट लेना है, ਉਹਦੇ ਵਾਸਤੇ ਐਂਟੀ ਫੰਗਲ ਕਰੀਮਸ ਹੁੰਦੇ ਆ, ਓਰਲ ਐਂਟੀ ਫੰਗਲ ਟੈਬਲੇਟਸ ਹੁੰਦੇ ਆ, ਇੱਕ ਪਾਰਟਿਕੂਲਰ ਟਾਈਮ ਵਾਸਤੇ ਦੇਣੇ ਹੁੰਦੇ ਜੀ। ਇਨੀਸ਼ੀਅਲੀ ਜਿਵੇਂ 2 ਤੋਂ 3 ਹਫ਼ਤੇ ਦੇ ਫਿਰ ਪੇਸ਼ੈਂਟ ਫਾਲੋ ਅਪ ਵਾਸਤੇ ਆਏਗਾ ਤਾਂ ਜਿੰਨਾ ਕੰਟਰੋਲ ਹੋ ਗਿਆ ਉਸ ਹਿਸਾਬ ਤੇ ਡੋਜ਼ ਐਡਜਸਟ ਕਰ ਦਿੰਦੀ ਹੈ ਕਿ ਡੋਜ਼ ਘਟਾ ਕੇ ਦੇਖੋ ਕਿ ਇੱਕ ਮਿਨੀਮਲ ਡੋਜ਼ ਤੇ ਜੇ ਫੰਗਸ ਵਾਪਸ ਨਹੀਂ ਆ ਰਿਹਾ ਦੈਟ ਇਜ਼ ਦਾ ਟਾਈਮ ਜਦੋਂ ਹੁਣ ਅਸੀਂ ਫੰਗਲ ਇਨਫੈਕਸ਼ਨ ਦੀ ਦਵਾਈ ਰੋਕਨੇ ਆ। ਅਦਰਵਾਈਜ਼ ਕਿੰਨੀ ਦੇਰ ਲੰਬੀ ਚੱਲਦੀ? ਲੋਕੀ ਕਹਿੰਦੇ 6 ਮਹੀਨੇ ਸਾਲ ਲੈਣੀ ਪੈਂਦੀ ਹੈ, 1.5 ਮਹੀਨਾ ਰੈਗੂਲਰ ਲੈਣੀ ਪੈਂਦੀ ਹੈ ਵਿਦ ਟੇਪਰਿੰਗ ਡੋਜ਼ ਦੀ ਡੋਜ਼ ਘਟਾਉਂਦੇ ਜਾਈਦੀ ਹੈ, ਠੀਕ ਹੈ। ਨੇਲ ਤੇ ਜਦੋਂ ਫੰਗਸ ਆ ਜਾਏ, ਜੇ ਫਿੰਗਰ ਨੇਲਸ ਤੇ ਆ ਜਾਏ ਤਾਂ ਦਵਾਈ ਤੁਹਾਡੀ ਘੱਟੋ ਘੱਟ 6 ਤੋਂ 12 ਮਹੀਨੇ ਚੱਲੇਗੀ, ਔਰ ਟੋਜ਼ ਦੇ ਵਿੱਚ ਆ ਜਾਏ ਤਾਂ 12 ਤੋਂ 18 ਮਹੀਨੇ ਚੱਲੇਗੀ। ਓਕੇ, ਮਤਲਬ 1.5 ਸਾਲ ਚਲਾਨੀ ਹੈ, ਵਿੱਚ ਛੱਡਣਾ ਨਹੀਂ ਹੈ। ਡਾਕਟਰ ਸਾਹਿਬ ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਡਮ ਨੂੰ? ਜੀ ਮੈਮ ਨਾ ਗੁੜੀਆ ਦੇ ਸਿਰ ਦੇ ਵਿੱਚ ਬਾਲ ਉੱਡ ਗਿਆ ਜੀ, ਕਾਫੀ ਵੱਡਾ ਵਿੱਚੋਂ ਗੰਜ ਜਿਹਾ ਪੈ ਗਿਆ। ਓਕੇ, ਤੇ ਉਹ ਡਾਕਟਰ ਨੂੰ ਦਿਖਾਇਆ ਸੀਗਾ, ਉਹ ਕਹਿੰਦੇ ਵੀ ਐਲੋਪੇਸੀਆ ਦੀ ਪ੍ਰੋਬਲਮ ਆ। ਜੀ ਹਾਂਜੀ ਡਾਕਟਰ ਸਾਹਿਬ ਐਲੋਪੇਸ਼ੀਆ ਬਾਰੇ ਡਿਟੇਲ ਵਿੱਚ ਡਾਕਟਰ ਪੇਸ਼ੈਂਟ ਪੁੱਛਣਾ ਚਾਹੁੰਦੇ। ਜਿਸ ਤਰ੍ਹਾਂ ਦਾ ਇਹ ਸਿੰਪਟਮ ਦੱਸ ਰਹੇ ਹੈ ਇਟ ਇਜ਼ ਐਲੋਪੇਸ਼ੀਆ ਏਰੀਏਟਾ। ਐਲੋਪੇਸ਼ੀਆ ਦੀ ਇੱਕ ਟਾਈਪ ਹੈ ਜਿਹਨੂੰ ਕਹਿੰਦੇ ਐਲੋਪੇਸ਼ੀਆ ਏਰੀਏਟਾ। ਉਹਦੇ ਵਿੱਚ ਇੱਕ ਪਾਰਟਿਕੂਲਰ ਪੈਚ ਦੇ ਵਿੱਚ ਹੇਅਰ ਖਤਮ ਹੋ ਜਾਂਦੇ ਆ ਜੀ। ਡਾਕਟਰ ਸਾਹਿਬ ਇਹ ਚੀਜ਼ ਬੜੀ ਕਾਮਨ ਹੋ ਰਹੀ ਹੈ, ਮੈਂ ਵੀ ਪੀਡੀਆਟ੍ਰੀਸ਼ੀਅਨ ਆ, ਚਾਈਲਡ ਸਪੈਸ਼ਲਿਸਟ। ਕਈ ਬੱਚੇ ਮੇਰੇ ਕੋਲ ਆਉਂਦੇ ਕਿ ਇੰਨਾ ਗੁੱਛਾ ਨਿਕਲ ਗਿਆ, ਕੰਗੀ ਕੀਤੀ ਇੱਥੇ ਨਿਕਲ ਗਿਆ, ਆ ਨਹੀਂ ਰਹੇ ਬਾਲ।
ਉਹ ਪਾਰਟਿਕੂਲਰ ਪੈਚ ਵਿੱਚ ਚਲੇ ਜਾਣਗੇ। ਇਟ ਇਜ਼ ਐਨ ਆਟੋਇਮਿਊਨ ਡਿਜ਼ੀਜ਼, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਤੁਹਾਡੀ ਬਾਡੀ ਦਾ ਆਪਣਾ ਹੀ ਇਮਿਊਨ ਸਿਸਟਮ ਤੁਹਾਡੇ ਹੈਅਰ ਫੋਲੀਕਲ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਹੈ। ਓਕੇ, ਤਾਂ ਜਦੋਂ ਇਹਨੂੰ ਟ੍ਰੀਟ ਕਰੀਦਾ ਤਾਂ ਜ਼ਿਆਦਾਤਰ ਕੇਸਿਸ ਵਿੱਚ ਜਿਵੇਂ ਇੱਕ ਲੋਕਲਾਈਜ਼ਡ ਪੈਚ ਹੈ, ਉੱਥੇ ਇੰਜੈਕਸ਼ਨ ਲਗਾ ਦਿੱਤਾ ਹੈ ਤਾਂ ਕਿ ਉੱਥੇ ਉਹ ਲੋਕਲ ਏਰੀਆ ਦਾ ਇਮਿਊਨ ਸਪਰੈਸ਼ਨ ਹੋ ਜਾਏ ਐਂਡ ਸਿਸਟਮ ਤੇ ਕੋਈ ਅਸਰ ਨਾ ਹੋ। ਨਾਲ ਲਗਾਉਣ ਵਾਲੀ ਦਵਾਈ ਦੇ ਦੀ ਹੈ ਪੇਸ਼ੈਂਟ ਨੂੰ, ਨਾਲ ਸਪਲੀਮੈਂਟਸ ਵੀ ਚੱਲਦੇ ਹੈ ਡਿਪੈਂਡਿੰਗ ਅਪੋਨ ਕਿ ਕੋਈ ਡੈਫੀਸ਼ੀਐਂਸੀ ਤਾਂ ਨਹੀਂ ਹੈਗੀ ਹੈ ਪੇਸ਼ੈਂਟ ਨੂੰ। ਉਹਦੇ ਨਾਲ ਮੋਸਟ ਆਫ ਦਾ ਕੇਸਿਸ ਹੈਅਰ ਵਾਪਸ ਆ ਜਾਂਦੇ ਆ। ਧਿਆਨ ਇਹ ਰੱਖਣਾ ਹੈ ਕਿ ਜਦੋਂ ਤੁਸੀਂ ਦਵਾਈ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਨਵੇਂ ਪੈਚਸ ਨਹੀਂ ਆਣੇ ਚਾਹੀਦੇ, ਨਵੇਂ ਏਰੀਆਜ਼ ਇਨਵੋਲਵ ਨਹੀਂ ਆਣੇ ਚਾਹੀਦੇ। ਉਹ ਸਾਡੇ ਕੰਟਰੋਲ ਵਿੱਚ ਹੈ ਡਾਕਟਰ ਸਾਹਿਬ, ਕਿਉਂਕਿ ਦੇਖੋ ਦਵਾਈ ਸ਼ੁਰੂ ਹੋਣ ਤੋਂ ਬਾਅਦ ਜ਼ਿਆਦਾਤਰ ਰੁਕ ਜਾਂਦੇ ਆ, ਠੀਕ ਹੈ। ਤਾਂ ਜਿਵੇਂ ਅੱਜ ਪੇਸ਼ੈਂਟ ਨੂੰ ਦਵਾਈ ਲਿਖੀ ਔਰ ਪੇਸ਼ੈਂਟ ਦਾ ਫੋਲੋਅਪ 1 ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਹੈ, ਤਾਂ ਮੀਨਵਾਈਲ ਤੁਹਾਡਾ ਕੰਮ ਇਹ ਹੈ ਕਿ ਇਹ ਦੇਖਣਾ ਹੈ ਕਿ ਇਹ ਪੈਚ ਵੱਡਾ ਨਾ ਹੋਏ, ਫਿਊ ਮਿਲੀਮੀਟਰਸ ਵੀ ਵਧਣਾ ਨਹੀਂ ਚਾਹੀਦਾ, ਨੰਬਰ ਆਫ ਪੈਚਸ ਵਧਨੇ ਨਹੀਂ ਚਾਹੀਦੇ। ਜੇ ਬਾਈ ਚਾਂਸ ਇਸ ਤਰ੍ਹਾਂ ਕੁਝ ਹੁੰਦਾ ਤਾਂ ਉਹਨੂੰ ਇਮੀਡੀਏਟਲੀ ਰਿਪੋਰਟ ਬੈਕ ਕਰਨਾ ਹੈ ਤਾਂ ਕਿ ਦਵਾਈ ਦੀ ਡੋਜ਼ ਐਡਜਸਟ ਕੀਤੀ ਜਾ ਸਕੇ। ਬਿਕੋਜ਼ ਆਟੋਇਮਿਊਨ ਡਿਜ਼ੀਜ਼ ਹੋਣ ਦੇ ਕਾਰਨ ਤੁਹਾਨੂੰ ਇਹਦੇ ਵਿੱਚ ਇਮਿਊਨ ਸਪਰੈਸ਼ਨ ਲਈ ਦਵਾਈ ਦੇਣੀ ਪੈਂਦੀ ਹੈ, ਪਰ ਦ ਡੋਜ਼ ਇਜ਼ ਸੋ ਲੋ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਦਵਾਈ ਸ਼ੁਰੂ ਕਰਕੇ ਅੰਡਰ ਆਬਜ਼ਰਵੇਸ਼ਨ ਰਹਿਣਾ ਹੈ ਕਿ ਵੀ ਵੱਧ ਰਿਹਾ ਹੈ ਤਾਂ ਇਸ ਤਰ੍ਹਾਂ ਡੋਸੇਜ ਐਡਜਸਟ ਹੋਣੀ ਹੈ, ਜੇ ਘਟ ਰਿਹਾ ਤਾਂ ਕਿਸ ਤਰ੍ਹਾਂ ਉਹ ਦਵਾਈਆਂ ਨੂੰ ਹਟਾਇਆ ਜਾਏਗਾ, ਕਿਸ ਤਰ੍ਹਾਂ ਟੇਪਰ ਕੀਤਾ ਜਾਏਗਾ। ਪਰ ਇਹ ਕਿਉਰੇਬਲ ਹੈ ਡਾਕਟਰ ਸਾਹਿਬ? ਓਵਰ ਟਾਈਮ ਹੈਅਰ ਗਰੋਥ ਨਾਰਮਲ ਹੋ ਜਾਂਦੀ ਹੈ, ਹੈਅਰ ਗਰੋਥ ਨਾਰਮਲ ਹੋ ਜਾਂਦੀ ਹੈ। ਮੋਰ ਦੈਨ 80% ਕੇਸਿਸ ਦੇ ਵਾਪਸ ਆ ਜਾਂਦੇ ਹੈ ਹੈਅਰ, ਠੀਕ ਹੈ। ਬਟ ਜਿਵੇਂ ਮੈਂ ਤੁਹਾਨੂੰ ਕਿਹਾ ਆਟੋ ਇਮਿਊਨ ਡਿਜ਼ੀਜ਼ ਹੈ, ਤਾਂ ਇਮਿਊਨ ਸਿਸਟਮ ਦੇ ਨਾਲ ਰਿਲੇਟਡ ਹੈ, ਤਾਂ ਠੀਕ ਹੋ ਜਾਏਗਾ, ਮਤਲਬ ਬਹੁਤ ਵਾਰੀ ਵਾਪਸ ਨਹੀਂ ਆਂਦਾ। ਬਟ ਵੀ ਆਲਵੇਜ਼ ਕੀਪ ਗਾਈਡਿੰਗ ਦਾ ਪੇਸ਼ੈਂਟ ਕਿ ਜਦ ਜੇ ਬਾਈ ਚਾਂਸ ਵਾਪਸ ਆਂਦਾ ਵੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਰੈਗੂਲਰ ਫਾਲੋਅਪ ਦੀ ਲੋੜ ਹੈਗੀ ਹੈ। ਡਾਕਟਰ ਸਾਹਿਬ ਇੱਥੇ ਮੈਨੂੰ ਇੱਕ ਹੋਰ ਚੀਜ਼ ਯਾਦ ਆ ਰਹੀ ਹੈ, ਮੇਰੀ ਆਪਣੀ ਓਪੀਡੀ ਵਿੱਚ ਅਕਸਰ ਅੱਜਕੱਲ ਪੇਰੈਂਟਸ ਬੱਚਿਆਂ ਨੂੰ ਲੈ ਕੇ ਆਉਂਦੇ, अर्ਲੀ ਗ੍ਰੇਇੰਗ ਆਫ ਹੇਅਰ ਹੋ ਰਿਹਾ, ਬੱਚਿਆਂ ਦੇ ਵਾਲ ਬਹੁਤ ਸਫੇਦ ਹੋ ਰਹੇ ਹੈ, ਉਹਦੀ ਕੀ ਟ੍ਰੀਟਮੈਂਟ ਹੋਣੀ ਚਾਹੀਦੀ? ਕਿ ਇਹ ਪ੍ਰੋਟੀਨ ਡੈਫੀਸ਼ੀਐਂਸੀ ਕਰਕੇ? ਦੇਖੋ ਗ੍ਰੇਇੰਗ ਵਿੱਚ 90% more than 90% is your genetics, ਠੀਕ ਹੈ। ਇਹਦੇ ਇਲਾਵਾ ਲਾਈਫ ਸਟਾਈਲ, ਠੀਕ ਹੈ, ਤੁਹਾਡੀ ਡਾਈਟ ਹੈ ਜਾਂ ਤੁਹਾਡੇ ਸਟ੍ਰੈਸ ਲੈਵਲਸ ਹੈ ਜਾਂ ਹਾਰਮੋਨਲ ਚੇਂजेस ਹੈ ਜਾਂ ਸਨ ਐਕਸਪੋਜ਼ਰ ਹੈ, ਇਹਦੀ ਵਜ੍ਹਾ ਨਾਲ ਗ੍ਰੇਇੰਗ ਹੁੰਦੀ ਹੈ। ਸੋ ਗ੍ਰੇਇੰਗ ਅਗਰ ਤੁਸੀਂ ਬੁੱਕਸ ਨਾਲ ਜਾਓ ਤਾਂ ਅਸੀਂ ਕਹਿੰਦੇ ਹਾਂ 13-14 ਸਾਲ ਦੇ ਉੱਪਰ ਜੇ ਬਾਲ ਗ੍ਰੇ ਆ ਰਹੇ ਆ ਤਾਂ ਜ਼ਿਆਦਾ ਵਰੀ ਦੀ ਲੋੜ ਨਹੀਂ ਹੈਗੀ, ਤੁਹਾਡਾ ਜੈਨੇਟਿਕਸ ਇਨਵੋਲਵਡ ਹੈ, ਠੀਕ ਹੈ। ਤਾਂ ਯੂ ਹੈਵ ਟੂ ਜਸਟ ਟੇਕ ਕੇਅਰ ਆਫ योर ਡਾਈਟ ਵਾਲਾ ਪਾਰਟ ਜਿਹੜਾ ਆਪਣੇ ਹੱਥ 'ਚ ਹੈ। ਪ੍ਰੋਟੀਨਸ ਲੈਣੇ ਹੈ, ਜ਼ਿਆਦਾ ਪ੍ਰੋਟੀਨਸ ਲੈਣੇ ਹੈ, ਬਾਇਓਟਿਨਸ ਲੈਣੇ ਹੈ, हेयर सप्लीमेंट्स ਲੈਣੇ ਹੈ ਤਾਂ ਕਿ ਤੁਹਾਡਾ हेयर ਸਟ੍ਰੈਂਡ। हेयर सप्लीमेंट्स ਕਿਹੜੇ ਹੁੰਦੇ? हेयर सप्लीमेंट ਸਭ ਤੋਂ ਕਾਮਨ ਹੁੰਦਾ ਹੈ ਕਿ ਆਪਾਂ ਪਹਿਲੇ ਤਾਂ ਇਹ ਸਾਰੇ ਲੈਵਲ, ਜੇ ਕੋਈ ਪੇਸ਼ੈਂਟ हेयर फॉल ਲਈ ਆਇਆ ਤਾਂ B12 ਵੀ ਉਹਦੇ ਵਾਸਤੇ ਇੰਪੋਰਟੈਂਟ ਹੈ, ਆਇਰਨ ਵੀ ਉਹਦੇ ਵਾਸਤੇ ਇੰਪੋਰਟੈਂਟ ਹੈ, ਕੈਲਸ਼ੀਅਮ ਵੀ ਇੰਪੋਰਟੈਂਟ ਹੈ, ਵਿਟਾਮਿਨ D ਵੀ ਇੰਪੋਰਟੈਂਟ ਹੈ। ਇਹਦੇ ਇਲਾਵਾ ਮਾਈਕਰੋ ਮਿਨਰਲਸ ਹੁੰਦੇ, ਜਿਵੇਂ ਆਪਾਂ ਕਹਿੰਦੇ ਨੇ ਬਾਇਓਟਿਨ ਸਪਲੀਮੈਂਟ ਸ਼ੁਰੂ ਕਰ ਦੋ, ਠੀਕ ਹੈ ਨਾ, ਜ਼ਿੰਕ ਸ਼ੁਰੂ ਕਰ ਦੋ। ਤਾਂ ਇਹ ਸਾਰੇ ਚੀਜ਼ਾਂ ਜ਼ਰੂਰੀ ਹੈ, ਬਟ ਬਾਕੀ ਚੀਜ਼ਾਂ ਨਾਲ ਲੈ ਕੇ ਚੱਲਣੀਆਂ। ਡਾਕਟਰ ਸਾਹਿਬ ਜੇ ਇੱਕ ਵਾਰੀ अर्ਲੀ ਗ੍ਰੇਇੰਗ ਸ਼ੁਰੂ ਹੋ ਗਈ ਜੇ ਕਿ ਉਹ ਰਿਵਰਟ ਵੀ ਹੋ ਸਕਦੀ ਹੈ? ਦੇਖੋ ਜਿਹੜੇ ਗ੍ਰੇ ਹੋ ਗਏ ਉਹ ਵਾਪਸ ਨਹੀਂ ਕਲਰ ਲੈਂਦੇ। ਜੇ ਸਪਲੀਮੈਂਟਸ ਆਪਾਂ ਰੈਗੂਲਰ ਦੇ ਦਈਏ ਤਾਂ ਉਹਦਾ ਪ੍ਰੋਗਰੈਸ਼ਨ ਰੁਕ ਜਾਂਦਾ ਹੈ, ਉਹਦੀ ਪ੍ਰੋਗਰੈਸ਼ਨ ਨੂੰ ਡਿਲੇ ਕੀਤਾ ਜਾ ਸਕਦਾ ਹੈ, ਬਟ ਪੂਰੀ ਤਰ੍ਹਾਂ ਨਹੀਂ ਜਾਏਗਾ। ਡਾਕਟਰ ਸਾਹਿਬ ਮੈਂ ਤੁਹਾਨੂੰ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ ਤੇ ਉਹਦਾ ਜਸਟ 5% ਹੀ ਕਵਰ ਕਰ ਪਾਈ ਹਾਂ। ਜਲਦੀ ਹੀ ਤੁਹਾਨੂੰ ਦੁਬਾਰਾ ਬੁਲਾ ਕੇ ਇਸ ਪ੍ਰੋਗਰਾਮ ਨੂੰ ਦੁਬਾਰਾ ਕੰਟੀਨਿਊ ਕਰਾਂਗੇ ਆਪਣੇ ਬਿਜ਼ੀ ਸ਼ਡਿਊਲ ਤੋਂ ਟਾਈਮ ਕਰਕੇ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਤੁਹਾਡੇ ਵੀ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਬਣੇ ਰਹੇ।